पर देखा यह गया है कि ਜਦੋਂ भी किसी ਨੂੰ ਛੂਓ ਉਹ ਕਹਿੰਦਾ ਜੀ ਮੇਰੇ ਤੇ ਵਿੰਡਿਕਟਿਵਨੈਸ ਹੋ ਰਹੀ ਹੈ, ਮੇਰੇ ਤੇ ਵੈਰ ਹੋ ਰਿਹਾ, ਮੇਰੇ ਨਾਲ ਦੁਸ਼ਮਣੀ ਕੱਢੀ ਜਾ ਰਹੀ ਹੈ। ਮੈਂ ਤਾਂ ਬਿਲਕੁਲ ਇਨਸਾਫ ਦੇ ਤਰਾਜੂ ਦੇ ਉੱਤੇ ਪੂਰਾ ਤੁਲਦਾ ਹਾਂ, ਫਿਰ ਵੀ ਮੇਰੇ ਖਿਲਾਫ ਇਹ ਕੰਮ ਹੋ ਰਹੇ ਨੇ। ਸੋ ਜਿੱਦਾਂ ਤੁਸੀਂ ਪੰਜਾਬੀ ਦੇ ਕਹਾਵਤਾਂ ਕਹਿੰਦੇ ਹੋ, ਤੇ ਮੈਨੂੰ ਲੱਗਦਾ ਹੈ ਕਿ ਪੰਜਾਬ ਸਰਕਾਰ ਔਰ ਸਪੈਸ਼ਲੀ ਆਪ ਪਾਰਟੀ ਇਸ 'ਚ ਬਿਲੀਵ ਕਰਦੀ ਹੈ ਕਿ ਜੀ ਸਾਡਾ ਕੁੱਤਾ ਟੌਮੀ ਤੇ ਤੁਹਾਡਾ ਕੁੱਤਾ ਕੁੱਤਾ। ਅਸੀਂ ਸਭ ਤੋਂ ਜ਼ਿਆਦਾ ਇਮਾਨਦਾਰ, ਇਹ ਤੁਸੀਂ ਕਿਹਾ ਕਿ ਉਹ ਕਹਿੰਦੇ ਨੇ, ਹਾਂ ਅਸੀਂ ਕੱਟੜ ਹਾਂ, ਅਸੀਂ ਸਭ ਤੋਂ ਜ਼ਿਆਦਾ ਇਮਾਨਦਾਰ ਹਾਂ। ਜੇ ਉਹ ਸਭ ਤੋਂ ਜ਼ਿਆਦਾ ਇਮਾਨਦਾਰ ਸਨ ਜਾਂ ਹਾਂ, ਤੇ ਫਿਰ ਉਹਨਾਂ ਨੇ ਆਪਣੇ ਹੈਲਥ ਮਿਨਿਸਟਰ ਨੂੰ ਅੰਦਰ ਕਿਉਂ ਕੀਤਾ ਸੀਗਾ? ਜਿਹੜਾ ਭਾਜਪਾ 'ਚ ਇੱਕ ਮੈਸੇਜ ਵੀ ਕੱਲ੍ਹ ਕਨਵੇ ਹੋ ਰਿਹਾ ਸੀ, ਉਹ ਕਹਿੰਦੇ ਜੀ ਮੈਨੂੰ ਕਿਹਾ ਗਿਆ ਕਿ ਭਾਜਪਾ ਜ਼ਿਆਦਾ ਤੈਨੂੰ ਡਿਪਟੀ ਸੀਐਮ ਬਣਾ ਦਾਂਗੇ ਤੇ ਠੀਕ ਹੋ ਜਾਏਗਾ ਸਭ ਕੁਝ। ਦੇਖੋ ਇਹ ਜਿਹੀਆਂ ਤਾਂ ਮੇਰੇ ਕੋਲ ਵੀ ਆਪ ਦੇ ਬਹੁਤ ਵੱਡੇ ਲੀਡਰ ਆਏ ਨੇ, ਉਹਨਾਂ ਨੇ ਇਹ ਕਿਹਾ ਜੀ ਸਾਡੀ ਅਮਿਤ ਸ਼ਾਹ ਜੀ ਨਾਲ ਗੱਲ ਕਰਵਾ ਦਿਓ, ਅਸੀਂ ਪੈਚਅਪ ਕਰਨ ਨੂੰ ਤਿਆਰ ਹਾਂ। ਜਿੱਦਾਂ ਹੁਣ ਸਿਸੋਦੀਆ ਜੀ ਜਦੋਂ ਉਹ ਦੱਸਣਗੇ ਉਦੋਂ ਮੈਂ ਵੀ ਦੱਸ ਦੇਵਾਂਗਾ ਜੀ। ਕਿ ਇੱਕ ਰਿਪੋਰਟ ਦਿੱਲੀ ਹਾਈ ਕੋਰਟ ਦੇ ਦੁਆਰਾ ਉਹਦੇ 'ਤੇ ਰਿਪੋਰਟ ਕੱਢੀ ਗਈ ਹੈ ਕਿ ਉਹਨਾਂ ਸਕੂਲਾਂ ਦੇ ਵਿੱਚ ਨਸ਼ਾ ਵੱਧ ਰਿਹਾ ਹੈ, ਔਰ ਕਈ ਸਕੂਲਾਂ ਦੇ ਵਿੱਚ ਤਾਂ 50% ਤੋਂ ਜ਼ਿਆਦਾ ਬੱਚੇ ਨਸ਼ਿਆਂ ਵਿੱਚ ਹਨ, ਔਰ 8ਵੀਂ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਇਹ ਨਸ਼ੇ ਦੇ ਵਿੱਚ ਬੱਚੇ ਪੈ ਰਹੇ ਨੇ। ਪੰਜਾਬ ਦੀ ਸਿਆਸਤ 'ਚ ਅੱਜ ਕੱਲ੍ਹ ਭੱਜ ਦੌੜ ਬਹੁਤ ਲੱਗੀ ਹੋਈ ਹੈ। ਵਿਜੀਲੈਂਸ ਹੈ ਤਾਂ ਕਿਤੇ CBI ਹੈ ਤਾਂ ਕਿਤੇ ED ਹੈ, ਤਾਂ ਸਭ ਕੁਝ ਪੰਜਾਬ 'ਚ ਅੱਜ ਕੱਲ੍ਹ ਨਜ਼ਰ ਆ ਰਿਹਾ ਹੈ। ਲੇਕਿਨ ਇਸ ਪੂਰੇ ਮਸਲੇ 'ਚ ਅੱਜ ਅਸੀਂ ਚਰਚਾ ਕਰਾਂਗੇ ਭਾਜਪਾ ਨੇਤਾ ਡਾਕਟਰ ਜਗਮੋਹਨ ਸਿੰਘ ਰਾਜੂ ਜੀ ਨਾਲ ਕਿ ਕੱਲ੍ਹ ਜੋ ਇੰਸੀਡੈਂਟ ਪੰਜਾਬ ਦੇ ਵਿੱਚ ਹੋਇਆ, ਸਾਬਕਾ ਮੰਤਰੀ ਭਰਤ ਭੂਸ਼ਣ ਆਸ਼ੂ ਜੀ ਨੂੰ ਫੜਿਆ ਗਿਆ ਹੈ, ਤਾਂ ਉਸ ਮਾਮਲੇ 'ਚ ਉਹਨਾਂ ਦਾ ਕੀ ਕਹਿਣਾ ਹੈ। ਸਰ, ਇੱਕ ਨਾ ਛੋਟੇ ਜਿਹੇ ਗੇਮ ਖੇਡਦੇ ਸੀ, ਛੂਹ ਛਪਾਈ ਇੱਧਰ ਮੱਝ 'ਚ ਕਿਹਾ ਜਾਂਦਾ, ਉਹਨੂੰ ਪਕੜਮ ਪਕੜਾਈ ਹਿੰਦੀ 'ਚ ਕਿਹਾ ਜਾਂਦਾ, ਉਹ ਅੱਜ ਕੱਲ੍ਹ ਚੱਲ ਰਹੀ ਹੈ। ਕੋਈ ED ਦੀ ਰੇਡ ਸਿਸੋਦੀਆ ਦੇ ਘਰ ਹੋ ਰਹੀ ਹੈ, ਅਤੇ ਵਿਜੀਲੈਂਸ ਦੀ ਰੇਡ ਇੱਥੇ ਪੰਜਾਬ 'ਚ ਹੋ ਰਹੀ ਹੈ, ਅਤੇ ਇਹ ਕੀ ਇਸ ਜਿਹੜਾ ਇਸ ਗੇਮ ਨੂੰ ਕਿਸ ਤਰ੍ਹਾਂ ਦੇਖਦੇ ਹੋ? ਨਹੀਂ ਦੇਖੋ, ਇਹ ਪਹਿਲਾਂ ਤਾਂ ਇੱਕ ਇਨਫੋਰਸਮੈਂਟ ਡਾਇਰੈਕਟਰੇਟ ਹੋਏ ਜਾਂ CBI ਹੋਏ ਜਾਂ ਪੁਲਿਸ ਮਹਿਕਮਾ ਹੋਏ, ਪੰਜਾਬ ਸਰਕਾਰ ਹੋਏ, ਜੋ ਵੀ ਏਜੰਸੀਜ਼ ਨੇ ਇਹ ਇੰਡੀਪੈਂਡੈਂਟ ਏਜੰਸੀਜ਼ ਨੇ, ਔਰ ਇਹਨਾਂ ਦੀ ਕਾਰਵਾਈ ਨੂੰ ਆਪਾਂ ਨੂੰ ਕਿਸੇ ਤਰੀਕੇ ਨਾਲ ਖੇਲ ਜਾਂ ਗੇਮ ਨਹੀਂ ਕਹਿਣਾ ਚਾਹੀਦਾ ਜੀ। ਜਿੱਦਾਂ ਕਿ ਆਪਾਂ ਅਕਸਰ ਕਹਿੰਦੇ ਹਾਂ ਕਿ ਲਾਅ ਸ਼ੁੱਡ ਟੇਕ ਇਟਸ ਓਨ ਕੋਰਸ, ਤਾਂ ਆਪਾਂ ਨੂੰ ਇਹਨਾਂ ਏਜੰਸੀਜ਼ ਨੂੰ ਕੰਮ ਕਰਨ ਦੇਣਾ ਚਾਹੀਦਾ ਹੈ। ਪਰ ਦੇਖਿਆ ਇਹ ਗਿਆ ਹੈ ਕਿ ਜਦੋਂ ਵੀ ਕਿਸੇ ਨੂੰ ਛੂਓ ਉਹ ਕਹਿੰਦਾ ਜੀ ਮੇਰੇ ਤੇ ਵਿੰਡਿਕਟਿਵਨੈਸ ਹੋ ਰਹੀ ਹੈ, ਮੇਰੇ ਤੇ ਵੈਰ ਹੋ ਰਿਹਾ, ਮੇਰੇ ਨਾਲ ਦੁਸ਼ਮਣੀ ਕੱਢੀ ਜਾ ਰਹੀ ਹੈ। ਮੈਂ ਤਾਂ ਬਿਲਕੁਲ ਇਨਸਾਫ ਦੇ ਤਰਾਜੂ ਦੇ ਉੱਤੇ ਪੂਰਾ ਤੁਲਦਾ ਹਾਂ, ਫਿਰ ਵੀ ਮੇਰੇ ਖਿਲਾਫ ਇਹ ਕੰਮ ਹੋ ਰਹੇ ਨੇ। ਔਰ ਇਹ ਸਭ ਤੋਂ ਜ਼ਿਆਦਾ ਜਿਹੜੀ ਮੁਸ਼ਕਿਲ ਹੋ ਰਹੀ ਹੈ ਜੀ, ਉਹ ਦੇਖੋ ਹੁਣ ਤੁਸੀਂ ਆਪ ਸਰਕਾਰ ਦੀ ਗੱਲ ਕਰ ਲੈਂਦੇ, ਕਿਉਂਕਿ ਤੁਸੀਂ ਪੰਜਾਬ ਸਰਕਾਰ ਦੀ ਗੱਲ ਕੀਤੀ ਹੈ, ਕਿ ਜਦੋਂ ਇਹ ਐਸਾ ਐਕਸ਼ਨ ਦਿੱਲੀ 'ਚ ਹੁੰਦਾ, ਉਹਨਾਂ ਦੇ ਆਪਣੇ ਡਿਪਟੀ ਚੀਫ ਮਿਨਿਸਟਰ ਸਿਸੋਦੀਆ ਜੀ ਦੇ ਉੱਤੇ, ਉਹ ਕਹਿੰਦੇ ਜੀ ਇਹ ਬਿਲਕੁਲ ਵੈਰ ਦੀ ਭਾਵਨਾ ਨਾਲ ਹੈ, ਉਹ ਤਾਂ ਬਹੁਤ ਸ਼ਰੀਫ ਨੇ, ਉਹ ਕੱਟੜ ਓਨੈਸਟ ਨੇ, ਇਮਾਨਦਾਰ ਨੇ। ਪਰ ਜਦੋਂ ਉਹ ਦੂਜਿਆਂ ਨੂੰ ਕਹਿੰਦੇ ਨੇ ਔਰ ਉਹਨਾਂ ਦੇ ਖਿਲਾਫ ਕਰਦੇ ਨੇ, ਉਹ ਕਹਿੰਦੇ ਨਹੀਂ ਜੀ ਅਸੀਂ ਤਾਂ ਬਿਲਕੁਲ ਕਾਨੂੰਨੀ ਕਾਰਵਾਈ ਕਰ ਰਹੇ ਹਾਂ, ਬਿਲਕੁਲ ਇਹ ਡਿਜ਼ਰਵਿੰਗ ਹੈ ਔਰ ਇਹਨਾਂ ਨੂੰ ਅੰਦਰ ਕੀਤਾ ਜਾਣਾ ਚਾਹੀਦਾ ਹੈ। ਸੋ ਜਿੱਦਾਂ ਤੁਸੀਂ ਪੰਜਾਬੀ ਦੇ ਕਹਾਵਤਾਂ ਕਹਿੰਦੇ ਹੋ, ਤੇ ਮੈਨੂੰ ਲੱਗਦਾ ਹੈ ਕਿ ਪੰਜਾਬ ਸਰਕਾਰ ਔਰ ਸਪੈਸ਼ਲੀ ਆਪ ਪਾਰਟੀ ਇਸ 'ਚ ਬਿਲੀਵ ਕਰਦੀ ਹੈ ਕਿ ਜੀ ਸਾਡਾ ਕੁੱਤਾ ਟੌਮੀ ਤੇ ਤੁਹਾਡਾ ਕੁੱਤਾ ਕੁੱਤਾ। ਮੈਨੂੰ ਤਾਂ ਇੱਦਾਂ ਲੱਗਦਾ ਹੈ ਜੀ। ਪਰ ਇੱਕ ਚੀਜ਼ ਹੋਰ ਹੈ ਕਿ ਪਿੱਛੇ ਨਾ ਵਿਧਾਨ ਸਭਾ ਦਾ ਜਦੋਂ ਸੈਸ਼ਨ ਹੋਇਆ ਸੀ, ਤਾਂ ਉਹਦੇ 'ਚ ਪ੍ਰਤਾਪ ਬਾਜਵਾ ਨੇ ਕਿਹਾ ਕਿ ਜਿਹੜਾ ਬੰਦਾ ਭਾਜਪਾ 'ਚ ਚਲੇ ਜਾਏ ਨਾ, ਉਹ ਦੋਸ਼ ਮੁਕਤ ਹੋ ਜਾਂਦਾ। ਦੇਖੋ ਮੈਨੂੰ ਜਾਂ ਤਾਂ ਆਪਾਂ ਫੈਕਟਸ 'ਤੇ ਗੱਲ ਕਰੀਏ, ਪਰ ਇੱਕ ਓਪਨ ਸਟੇਟਮੈਂਟ, ਔਰ ਉਹੀ ਕਾਂਗਰਸ ਪਾਰਟੀ ਨੇ ਭਾਜਪਾ ਨੂੰ ਮੁਬਾਰਕਾਂ ਦਿੱਤੀਆਂ ਕਿ ਸਿਸੋਦੀਆ ਦੇ ਖਿਲਾਫ ਤੁਸੀਂ ਐਕਸ਼ਨ ਲਿੱਤਾ, ਇਹ ਬੜਾ ਹੀ ਪ੍ਰਸ਼ੰਸਾਯੋਗ ਹੈ, ਔਰ ਇਹਨਾਂ 'ਤੇ ਹੋਰ ਸਖਤ ਕਦਮ ਲਿੱਤੇ ਜਾਣੇ ਚਾਹੀਦੇ। ਇਹ ਕਾਂਗਰਸ ਦਾ ਆਫੀਸ਼ੀਅਲ ਸਟੈਂਡ ਹੈ। ਔਰ ਦੂਜੀ ਗੱਲ ਤੁਹਾਨੂੰ ਮੈਂ, ਕਿਉਂਕਿ ਆਪਾਂ ਨੂੰ ਫਿਰ ਮੈਂ ਤੁਹਾਨੂੰ ਲਿਆਉਣਾ ਚਾਹਾਂਗਾ ਕਿ ਦੇਖੋ ਆਪਣਾ ਸਰਟੀਫਿਕੇਟ ਖੁਦ ਹੀ ਦੇ ਦਿੰਦੀ ਹੈ ਜੀ ਆਪ ਪਾਰਟੀ। ਕੇਜਰੀਵਾਲ ਜੀ ਨੇ ਇੱਕ ਰਬਰ ਸਟੈਂਪ ਲਿਖੀ ਹੋਈ ਹੈ, ਉਹਦੇ 'ਤੇ ਲਿਖਿਆ ਇਮਾਨਦਾਰ, ਜਿੱਥੇ ਚਾਹੁੰਦੇ ਨੇ ਉੱਥੇ ਥੱਪਾ ਲਗਾ ਦਿੰਦੇ ਨੇ। ਸਾਡੇ ਤੋਂ ਤਗੜਾ ਇਮਾਨਦਾਰ ਕੋਈ ਨਹੀਂ ਆ। ਸਕੂਲ ਸਾਡੇ ਨਿਊਯਾਰਕ ਟਾਈਮਸ ਅਖਬਾਰ ਦੇ ਵਿੱਚ ਛਪਦਾ, ਸਾਡੀ ਜਿਹੜੀ ਹੈਗੀ ਸਕੂਲਿੰਗ ਬਹੁਤ ਅੱਛੀ ਹੈ। ਕੁਝ ਉਹਨਾਂ ਨੇ ਪੋਸਟਰਸ ਵੀ ਜਾਰੀ ਕੀਤੇ ਕਿ ਭਾਜਪਾ ਜਿਹੜੀ ਲਗਾਤਾਰ ਹਮਲੇ ਕਰ ਰਹੀ ਹੈ, ਲੇਕਿਨ ਪ੍ਰੋਟੈਕਟ ਗਾਰਡ ਬਣ ਕੇ ਜਿਹੜੇ ਨੇ ਉਹ ਮਨੀਸ਼ ਸਿਸੋਦੀਆ ਖੜੇ ਨੇ।
ਅਸੀਂ ਸਭ ਤੋਂ ਜ਼ਿਆਦਾ ਇਮਾਨਦਾਰ, ਇਹ ਤੁਸੀਂ ਕਿਹਾ ਕਿ ਉਹ ਕਹਿੰਦੇ ਨੇ। ਹਾਂ, ਅਸੀਂ ਕੱਟੜ ਹਾਂ, ਅਸੀਂ ਸਭ ਤੋਂ ਜ਼ਿਆਦਾ ਇਮਾਨਦਾਰ ਹਾਂ। ਜੇ ਉਹ ਸਭ ਤੋਂ ਜ਼ਿਆਦਾ ਇਮਾਨਦਾਰ ਸਨ ਜਾਂ ਹਾਂ, ਤੇ ਫਿਰ ਉਹਨਾਂ ਨੇ ਆਪਣੇ ਹੈਲਥ ਮਿਨਿਸਟਰ ਨੂੰ ਅੰਦਰ ਕਿਉਂ ਕੀਤਾ ਸੀਗਾ? ਉਹ ਕਹਿੰਦੇ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ। ਹਾਂ, ਮੈਂ ਤਾਂ ਕਹਿ ਰਹਾ ਤੇ ਉਹਨਾਂ ਦੇ ਅੰਦਰ ਹੀ ਭ੍ਰਿਸ਼ਟਾਚਾਰ ਹੈ। ਇਹੀ ਪ੍ਰਧਾਨ ਮੰਤਰੀ ਕਹਿ ਰਹੇ ਕਿ ਭ੍ਰਿਸ਼ਟਾਚਾਰ ਜਿਹੜਾ ਬਰਦਾਸ਼ਤ ਨਹੀਂ, ਇਸ ਲਈ ਸਿਸੋਦੀਆ ਜੀ ਦੇ ਅੱਗੇ FIR ਹੋ ਗਈ, ਔਰ ਉਹਨਾਂ ਨੇ ਖੁਦ ਨਹੀਂ ਕੀਤੀ। ਉੱਥੋਂ ਦੇ ਲੈਫਟੀਨੈਂਟ ਗਵਰਨਰ ਨੇ CBI ਨੂੰ ਕਿਹਾ ਕਿ ਇਹਦੇ 'ਤੇ ਇਨਕੁਆਇਰੀ ਕਰੋ। ਉਸ ਤੋਂ ਬਾਅਦ ਲੈਫਟੀਨੈਂਟ ਗਵਰਨਰ ਨੂੰ ਤੁਸੀਂ ਕਹੋਗੇ ਜੀ ਇਹ ਤਾਂ ਅਪਾਇੰਟਮੈਂਟ ਹੈ ਸੈਂਟਰਲ ਗਵਰਨਮੈਂਟ ਦੀ, ਪਰ ਉਹਨਾਂ ਨੇ ਕਿਉਂ ਕਿਹਾ? ਕਿਉਂਕਿ ਦਿੱਲੀ ਗਵਰਨਮੈਂਟ ਦੇ ਚੀਫ ਸੈਕਟਰੀ ਨੇ ਲਿਖਤ ਰਿਪੋਰਟ ਦੇ ਕੇ ਉਹਨਾਂ ਨੂੰ ਕਿਹਾ ਜੀ ਇਹ ਬਹੁਤ ਵੱਡੀ ਸਕੈਮ ਹੈ, ਇਹਦੇ 'ਤੇ ਇਨਕੁਆਇਰੀ ਹੋਣੀ ਚਾਹੀਦੀ ਹੈ। ਹੁਣ ਹੋਰ ਦੱਸੋ ਇਹ 'ਚ ਗੁੰਜਾਇਸ਼ ਕੀ ਰਹਿ ਗਈ ਹੈ? ਕਹਿੰਦੇ ਸੀ ਕਿ ਜਿਹੜਾ ਭਾਜਪਾ 'ਚ ਇੱਕ ਮੈਸੇਜ ਵੀ ਕੱਲ੍ਹ ਕਨਵੇ ਹੋ ਰਿਹਾ ਸੀ, ਉਹ ਕਹਿੰਦੇ ਜੀ ਮੈਨੂੰ ਕਿਹਾ ਗਿਆ ਕਿ ਭਾਜਪਾ ਜ਼ਿਆਦਾ ਤੈਨੂੰ ਡਿਪਟੀ CM ਬਣਾ ਦਾਂਗੇ ਤੇ ਠੀਕ ਹੋ ਜਾਏਗਾ ਸਭ ਕੁਝ। ਦੇਖੋ ਇਹ ਜਿਹੀਆਂ ਤਾਂ ਮੇਰੇ ਕੋਲ ਵੀ ਆਪ ਦੇ ਬਹੁਤ ਵੱਡੇ ਲੀਡਰ ਆਏ ਨੇ, ਉਹਨਾਂ ਨੇ ਇਹ ਕਿਹਾ ਜੀ ਸਾਡੀ ਅਮਿਤ ਸ਼ਾਹ ਜੀ ਨਾਲ ਗੱਲ ਕਰਵਾ ਦਿਓ, ਅਸੀਂ ਪੈਚਅਪ ਕਰਨ ਨੂੰ ਤਿਆਰ ਹਾਂ। ਜਿੱਦਾਂ ਹੁਣ ਸਿਸੋਦੀਆ ਜੀ ਜਦੋਂ ਉਹ ਦੱਸਣਗੇ ਉਦੋਂ ਮੈਂ ਵੀ ਦੱਸ ਦੇਵਾਂਗਾ ਜੀ। ਤੁਹਾਡੇ ਕੋਲ ਕੋਈ ਲੀਡਰ ਕੈਚ ਕਰਨ ਵਾਸਤੇ ਆਏ ਤੁਹਾਡੇ ਨਾਲ? ਹਾਂ, ਮੈਂ ਤਾਂ ਇਹ ਕਹਿ ਰਿਹਾ ਹਾਂ ਕਿ ਜਿੱਦਾਂ ਸਿਸੋਦੀਆ ਜੀ ਕਹਿ ਰਹੇ ਆ, ਉੱਦਾਂ ਮੈਂ ਵੀ ਤੁਹਾਨੂੰ ਦੱਸਣਾ ਚਾਹਾਂਗਾ ਤੁਹਾਡੇ ਥਰੂ ਕਿ ਸਾਡੇ ਕੋਲ ਵੀ ਆਪ ਦੇ, ਮੇਰੇ ਕੋਲ ਵੀ ਬੜੇ ਵੱਡੇ ਲੀਡਰ ਆਏ ਨੇ। ਉਹਨਾਂ ਨੇ ਕਿਹਾ ਜੀ ਸਾਡੀ ਪੈਚਅਪ ਕਰਵਾ ਦਿਓ, ਕਿਉਂਕਿ ਤੁਸੀਂ ਤੁਹਾਡਾ ਬੜਾ ਉੱਤੇ ਰਸੂਖ ਹੈਗਾ, ਕਨੈਕਸ਼ਨ ਹੈ, ਤੁਹਾਡੇ ਨਾਲ ਕਰਵਾ ਦਿਓ ਜੀ। ਪ੍ਰਤਾਪ ਬਾਜਵਾ ਦੀ ਹੋਰ ਸਟੇਟਮੈਂਟ ਹੈ ਵਿਧਾਨ ਸਭਾ ਦੇ ਵਿੱਚ, ਕਿਉਂਕਿ ਇੱਕ ਹੁੰਦਾ ਨਾ ਕਿ ਅਸੀਂ ਜਨਰਲ ਸਟੇਟਮੈਂਟ ਦੇ ਦਿੰਦੇ ਹਾਂ। ਉਹ ਕਹਿੰਦੇ ਕਿ ਜਿਹੜਾ BJP 'ਚ ਚੱਲਦਾ ਇੱਦਾਂ ਲੱਗਦਾ ਜਿੱਦਾਂ ਮੈਕਸੀਕੋ ਦਾ ਬਾਰਡਰ ਹੈ ਜਿਹੜਾ ਕੋਈ ਟੱਪ ਨਹੀਂ ਸਕਦਾ। ਨਹੀਂ, ਪਹਿਲਾਂ ਉਸ ਤੋਂ ਇੱਕ ਹੋਰ ਪੁਆਇੰਟ ਜਿਹੜਾ ਤੁਸੀਂ ਕਿਹਾ ਕਿ ਉਹ ਕਹਿੰਦੇ ਹੈ ਜੀ ਸਾਡੇ ਸਕੂਲਾਂ ਦੀ ਜਿਹੜੀ ਪਰਫਾਰਮੈਂਸ ਹੈ ਬਹੁਤ ਵਧੀਆ। ਇਹਦੇ 'ਤੇ ਦੋ ਸਵਾਲ ਉੱਠਦੇ ਨੇ ਜੀ। ਪਹਿਲਾ ਗੱਲ ਹੈ ਕਿ ਪਰਫਾਰਮੈਂਸ ਸਕੂਲਾਂ ਦੇ ਵਿੱਚ ਚੰਗਾ ਹੋਣਾ ਡਜ਼ ਇਟ ਮੀਨ ਲਾਇਸੈਂਸ ਟੂ ਕਿਲ? ਕਿ ਜੇ ਮੰਨ ਵੀ ਲਓ ਇੱਕ ਮਿੰਟ ਲਈ, ਵੈਸੇ ਤਾਂ ਮੈਂ ਮੰਨਦਾ ਨਹੀਂ ਹੈ ਇਸ ਗੱਲ ਨੂੰ ਕਿ ਜਿੰਨਾ ਉਹ ਕਹਿ ਰਹੇ ਨੇ, ਔਰ ਉਹਦਾ ਮੈਂ ਰੀਜ਼ਨ ਵੀ ਦੱਸਾਂਗਾ, ਪਰ ਜੇ ਮੰਨ ਵੀ ਲਈਏ ਗੱਲ ਕਿ ਜੀ ਸਕੂਲ ਉਹਨਾਂ ਨੇ ਬੜੇ ਅੱਛੇ ਚਲਾਤੇ ਕਿ ਬਟ ਡਜ਼ ਦੈਟ ਗਿਵ ਦੈਮ ਦਾ ਲਾਇਸੈਂਸ ਟੂ ਕਿਲ? ਦੂਜੀ ਗੱਲ ਤੁਸੀਂ ਇਹ ਕਹਿ ਰਹੇ ਹੋ ਕਿ ਜੀ ਉਹਨਾਂ ਨੇ ਸਕੂਲ ਬੜੇ ਅੱਛੇ ਕਰ ਦਿੱਤੇ ਹੈ। ਮੇਰੇ ਕੋਲ ਲਿਖਤ ਰਿਪੋਰਟ ਹੈ ਜਿਹੜੀ ਦਿੱਲੀ ਹਾਈ ਕੋਰਟ ਨੇ ਖੁਦ ਡਾਇਰੈਕਸ਼ਨ ਦਿੱਤੀ ਸੀ ਕਿ ਇਹ ਦੱਸੋ ਕਿ ਦਿੱਲੀ ਦੇ ਸਕੂਲਾਂ ਦੇ ਵਿੱਚ ਨਸ਼ਾ, ਡਰੱਗਸ ਔਰ ਸ਼ਰਾਬ, ਬੱਚਿਆਂ ਦਾ ਲੈਵਲ ਕੀ ਹੋ ਗਿਆ ਹੈ, ਕਿਉਂਕਿ ਇਹਦੇ ਸ਼ਿਕਾਇਤਾਂ ਆ ਰਹੀਆਂ ਸਨ ਕਿ ਬਹੁਤ ਜ਼ਿਆਦਾ ਡਰੱਗਸ ਅਬਿਊਜ਼ ਹੋ ਰਹੀ ਹੈ। ਉਹਦੀ ਮੈਂ ਤੁਹਾਨੂੰ ਰਿਪੋਰਟ WhatsApp ਕਰ ਦੇਵਾਂਗਾ, ਤੁਸੀਂ ਆਪਣੇ ਦਿਖਾ ਸਕਦੇ ਹੋ, ਜਿਹਦੇ 'ਚ ਸ਼ਰੇਆਮ ਉਹਨਾਂ ਨੇ ਕਿਹਾ ਹੈ ਕਿ ਸਕੂਲ ਦੇ ਬੱਚੇ 8ਵੀਂ ਕਲਾਸ ਤੋਂ ਸ਼ਰਾਬਾਂ ਦੇ ਵਿੱਚ ਪੈ ਰਹੇ ਨੇ ਜੀ, ਔਰ ਸ਼ਰਾਬਾਂ ਨੂੰ ਹੋਰ ਸਸਤੀ ਕਰਕੇ, ਸ਼ਰਾਬਾਂ ਦੇ ਹੋਰ ਦੁਕਾਨਾਂ ਖੋਲ੍ਹ ਕੇ ਇਹ ਸਾਰੇ ਆਪਣੇ ਸਮਾਜ ਨੂੰ, ਆਪਣੀ ਆਉਣ ਵਾਲੀ ਪੀੜ੍ਹੀਆਂ ਨੂੰ ਬਰਬਾਦ ਕਰ ਰਹੇ ਨੇ। ਉਹਨਾਂ ਨੂੰ ਪੜ੍ਹਾਈ ਤਾਂ ਕੀ ਕਰਨੀ ਹੈ, ਇਹ ਸ਼ਰਾਬਾਂ 'ਚ ਪੈ ਰਹੇ ਨੇ ਜੀ। ਕਹਿ ਰਹੇ ਨੇ ਜੀ ਕਿ ਨਿਊਯਾਰਕ ਟਾਈਮਸ ਜਿਹੜੀ ਦੁਨੀਆ ਦਾ ਸਭ ਤੋਂ ਵੱਡਾ ਪੇਪਰ ਹੈ, ਜਿੱਥੇ ਕਿ ਪ੍ਰਧਾਨ ਮੰਤਰੀ ਦੀ ਵੀ ਕੋਈ ਫੋਟੋ ਲੱਗ ਜਾਏ ਤੇ ਬੜਾ ਆਪਣੇ ਨੂੰ ਖੁਸ਼ਨਸੀਬ ਸਮਝਦਾ, ਤੇ ਉੱਥੇ ਦਿੱਲੀ ਦੇ ਐਜੂਕੇਸ਼ਨ ਸਿਸਟਮ ਦੀ ਚਰਚਾ ਹੋਈ। ਦੇਖੋ, ਨਿਊਯਾਰਕ ਟਾਈਮਸ ਦੇ ਵਿੱਚ ਆਏ ਹੈ, ਪਰ ਇਹ ਵੀ ਮੰਨਣ ਵਾਲੀ ਗੱਲ ਹੈ ਕਿ ਵੀ ਦੇਰ ਇਜ਼ ਸਮਥਿੰਗ ਕਾਲਡ ਪੇਡ ਨਿਊਜ਼ ਆਲਸੋ, ਔਰ ਇਹ ਵੀ ਮੰਨਣ ਵਾਲੀ ਗੱਲ ਹੈ ਕਿ ਦੇਖੋ ਕਿਸੇ ਅਖਬਾਰ ਦੇ ਵਿੱਚ ਇਹ ਆ ਜਾਣਾ ਕਿ ਨਿਊਜ਼ ਆਈਟਮ ਆ ਗਈ ਹੈ, ਤੇ ਕੀ ਉਹ ਬਾਕੀ ਸਾਰੇ ਫੈਕਟਸ, ਦਿੱਲੀ ਹਾਈ ਕੋਰਟ ਦੀਆਂ ਰਿਪੋਰਟਾਂ, ਆਪਣੇ ਇਹਨਾਂ ਦੇ ਸਰਕਾਰ ਦੀਆਂ ਰਿਪੋਰਟਾਂ, ਚੀਫ ਸੈਕਟਰੀ, ਲੈਫਟੀਨੈਂਟ ਗਵਰਨਰ, ਉਹ ਸਭ ਗਲਤ ਹੋ ਜਾਂਦੇ ਨੇ? ਕੁਝ ਕੀਤਾ ਤੇ ਆਇਆ ਨਾ ਸਰ। ਹਾਂਜੀ, ਇੱਕ ਮੁਹਾਵਰਾ ਹੁੰਦਾ ਕਿ ਵੇਅਰ ਦੇਰ ਇਜ਼ ਫਾਇਰ ਦੇਰ ਇਜ਼ ਸਮੋਕ। ਜਿੱਥੇ ਅੱਗ ਹੁੰਦੀ ਹੈ ਕਿਤੇ ਉੱਥੇ ਹੀ ਧੂੰਆਂ ਨਿਕਲਦਾ ਹੈ। ਤੇ 100% ਕਿ ਜਿਹੜਾ ਜਿਸ ਸਰਕਾਰ ਦਾ ਆਪਣਾ ਚੀਫ ਸੈਕਟਰੀ ਇਹ ਕਹੇ ਕਿ ਜੀ ਬਹੁਤ ਵੱਡਾ, ਔਰ ਮੈਂ ਤੁਹਾਨੂੰ ਦੱਸ ਦਿੰਦਾ ਵੀ ਕੀ ਲਾਸ ਹੋਏ ਨੇ। ਉਹਨਾਂ ਨੇ ਕਿਹਾ ਜੀ 140 ਕਰੋੜ ਰੁਪਏ ਦਾ ਜਿਹੜਾ ਸਰਕਾਰ ਨੂੰ ਰੈਵਨਿਊ ਆਉਣਾ ਸੀ ਉਹ ਵੇਵ ਆਫ ਕਰ ਦਿੱਤਾ ਤੁਸੀਂ। ਦੂਜਾ ਉਹ ਇਹ ਕਹਿ ਰਹੇ ਨੇ ਕਿ ਇਹ ਬੜੀ ਅਜਬ ਗੱਲ ਹੋਈ ਹੈ ਕਿ ਸ਼ਰਾਬ ਦਾ ਜਿਹੜਾ ਹੈ ਦਿੱਲੀ ਦੇ ਵਿੱਚ ਸੇਲਸ ਵੱਧ ਗਈਆਂ, ਪ੍ਰਾਈਵੇਟ ਸੈਕਟਰ ਜਿਹੜੇ ਉਹਨਾਂ ਦੇ ਡੀਲਰ ਨੇ ਸ਼ਰਾਬਾਂ ਦੇ, ਉਹਨਾਂ ਦੇ ਪ੍ਰੋਫਿਟ ਵੱਧ ਗਏ, ਪਰ ਦਿੱਲੀ ਸਰਕਾਰ ਦੇ ਰੈਵਨਿਊ ਥੱਲੇ ਗਿਰ ਗਏ ਜੀ। ਸਕੂਲ ਦੀ ਗੱਲ ਕਰ ਰਹੇ ਸੀ। ਹਾਂ, ਨਹੀਂ, ਸਕੂਲ ਦੀ ਗੱਲ ਦਾ ਤੁਹਾਨੂੰ ਮੈਂ ਅੱਗੇ ਹੀ ਦੱਸ ਦਿੱਤਾ ਹੈ ਕਿ ਦੇਖੋ ਕਿ ਇਹ ਇੱਕ ਨਾਲ ਦੇ ਨਾਲ ਜੇ ਅਸੀਂ ਫੈਕਟਸ ਤੁਹਾਨੂੰ ਦਿੱਤੇ ਹੈ, ਜੋ ਕਿ ਇੱਕ ਰਿਪੋਰਟ ਦਿੱਲੀ ਹਾਈ ਕੋਰਟ ਦੇ ਦੁਆਰਾ ਉਹਦੇ 'ਤੇ ਰਿਪੋਰਟ ਕੱਢੀ ਗਈ ਹੈ ਕਿ ਉਹਨਾਂ ਸਕੂਲਾਂ ਦੇ ਵਿੱਚ ਨਸ਼ਾ ਵੱਧ ਰਿਹਾ ਹੈ, ਔਰ ਕਈ ਸਕੂਲਾਂ ਦੇ ਵਿੱਚ ਤਾਂ 50% ਤੋਂ ਜ਼ਿਆਦਾ ਬੱਚੇ ਨਸ਼ਿਆਂ ਵਿੱਚ ਹਨ, ਔਰ 8ਵੀਂ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਇਹ ਨਸ਼ੇ ਦੇ ਵਿੱਚ ਬੱਚੇ ਪੈ ਰਹੇ ਨੇ। ਇਹ ਗੱਲਾਂ ਛੁਪਾਈਆਂ ਜਾ ਰਹੀਆਂ ਨੇ, ਔਰ ਨਿਊਯਾਰਕ ਰਿਪੋਰਟ ਦਿਖਾ ਕੇ ਇਹਨਾਂ ਦੇ ਉੱਤੇ ਮਿੱਟੀ ਪਾਈ ਜਾ ਰਹੀ ਹੈ ਜੀ।
ਹੁਣ ਮੈਂ ਸਵਾਲ ਕੀਤਾ ਸੀ ਕਿ ਪ੍ਰਤਾਪ ਬਾਜਵਾ ਕਹਿ ਰਹੇ ਨੇ ਕਿ ਭਾਜਪਾ ਜਾਣਾ ਕੋਈ ਮੈਕਸੀਕੋ ਦਾ ਬਾਰਡਰ ਤੇ ਹੈ ਨਹੀਂ ਜਿਹੜਾ ਕੋਈ ਟੱਪਿਆ ਜਾ ਸਕੇ, ਕਿਉਂਕਿ ਇਹ ਤੇ ਜਾਣਾ ਔਖਾ, ਕਿਉਂਕਿ ਫਿਲਹਾਲ ਹਰ ਬੰਦਾ ਕਹਿੰਦਾ ਜੀ ਪ੍ਰੋਟੈਕਸ਼ਨ ਲੈਣੀ ਹੈ ਤੇ ਭਾਜਪਾ 'ਚ ਚਲੇ ਜਾਓ। ਇਹ ਕੋਈ ਮੈਕਸੀਕੋ ਦਾ ਬਾਰਡਰ ਨਹੀਂ ਹੈ ਜਿਹੜਾ ਟੱਪਿਆ ਨਹੀਂ ਜਾ ਸਕਦਾ। ਦੇਖੋ, ਪ੍ਰੋਟੈਕਸ਼ਨ ਲੈਣੀ ਹੈ ਔਰ ਭਾਜਪਾ ਨੂੰ ਜੁਆਇਨ ਕਰ ਲਓ, ਮੈਂ ਇਹਦੇ ਵਿੱਚ ਵਿਸ਼ਵਾਸ ਨਹੀਂ ਕਰਦਾ ਹਾਂ। ਮੈਨੂੰ ਇਹ ਯਕੀਨ ਹੈ ਕਿ ਇਸ ਪ੍ਰਧਾਨ ਮੰਤਰੀ ਮਾਨਯੋਗ ਨਰਿੰਦਰ ਮੋਦੀ ਜੀ ਪੂਰਾ ਇਹ ਵਿਸ਼ਵਾਸ ਚਾਹੁੰਦੇ ਨੇ ਕਿ ਇੰਡੀਆ ਦੇ ਵਿੱਚ ਜੋ ਵੀ ਗੰਦਗੀ ਹੈ ਉਹਦਾ ਸਵੱਛ ਭਾਰਤ ਕੀਤਾ ਜਾਏ, ਬੋਥ ਐਥੀਕਲੀ ਆਲਸੋ ਐਂਡ ਫਿਜ਼ੀਕਲੀ ਆਲਸੋ। ਔਰ ਉਹ 100% ਸਿੰਸੀਅਰ ਨੇ ਔਰ ਉਹ ਚਾਹੁੰਦੇ ਨੇ ਕਿ ਇੰਡੀਆ ਦੇ ਵਿੱਚ ਕਰਪਸ਼ਨ ਖਤਮ ਹੋਏ, ਕ੍ਰਾਈਮ ਖਤਮ ਹੋਏ, ਡਰੱਗਸ ਖਤਮ ਹੋਣ ਔਰ ਸਭ ਦਾ ਵਿਕਾਸ ਹੋਏ। ਪਰ ਇਸ ਚੀਜ਼ ਆਪਾਂ ਗੱਲ ਕਰੀਏ ਤਾਂ ਤੁਸੀਂ ਕਹਿ ਰਹੇ ਹੋ ਕਿ ਸਭ ਦਾ ਵਿਕਾਸ, ਪਰ ਭਾਜਪਾ 'ਚ ਸਾਰੇ ਇਮਾਨਦਾਰ ਨੇ, ਇਹ ਇਸ ਚੀਜ਼ ਦਾ ਸਰਟੀਫਿਕੇਸ਼ਨ ਵੀ ਤੁਸੀਂ ਦਿੰਦੇ ਹੋ? ਨਹੀਂ, ਦੇਖੋ, ਮੈਂ ਕੌਣ ਹੁੰਦਾ ਕਿਸੇ ਦਾ ਸਰਟੀਫਿਕੇਟ ਦੇਣ ਵਾਲਾ? ਮੋਦੀ ਜੀ ਦੀ ਗੱਲ। ਹਾਂ, ਮੈਂ ਤਾਂ ਸਰਟੀਫਿਕੇਟ 'ਚ ਬਿਲੀਵ ਨਹੀਂ ਕਰਦਾ, ਪਰ ਜਿੱਥੇ ਵੀ ਕਿਤੇ ਜ਼ਰੂਰਤ ਪਈ ਹੈ, ਜਿੱਥੇ ਵੀ ਇਹ ਕਿਤੇ ਨਜ਼ਰ 'ਚ ਆਇਆ ਹੈ ਕਿ ਕਿਸੇ ਨੇ ਵੀ ਕਰਪਸ਼ਨ ਕੀਤੀ ਹੈ, ਕਿਸੇ ਉਹ ਪਾਰਟੀ 'ਚ ਹੋਏ, ਕਿਸੇ ਦਲ ਹੋ, ਕਿਸੇ ਦਾ ਰਿਸ਼ਤੇਦਾਰ ਹੋਏ, ਕਿਸੇ ਦਾ ਭਤੀਜਾ ਹੋਏ, ਕਿਸੇ ਦਾ ਦੋਸਤ ਹੋਏ, ਉਹਨਾਂ ਨੇ। ਔਰ ਤੁਸੀਂ ਇਹ ਦੱਸੋ ਕਿ ਐਡੇ ਐਡੇ ਵੱਡੇ ਜਿਹੜੇ ਬਾਹਰ ਬੈਠੇ ਨੇ ਲੰਡਨ ਦੇ ਵਿੱਚ, ਮਾਲਵੀਆ ਔਰ ਪਾਰਟੀ, ਉਹਨਾਂ ਦੇ ਖਿਲਾਫ ਕੌਣ ਐਕਸ਼ਨ ਲੈ ਰਿਹਾ? ਭਾਰਤ ਸਰਕਾਰ ਲੈ ਰਹੀ ਹੈ ਜੀ। ਪਰ ਅਸੀਂ ਪੰਜਾਬ ਦੀ ਜਾਂ ਦੇਸ਼ ਦੀ ਲੀਡਰਸ਼ਿਪ ਦੀ ਗੱਲ ਕਰੀਏ ਤਾਂ ਜਿਹੜਾ ਈਡੀ ਹੈ, ਵਿਜੀਲੈਂਸ ਹੈ, ਸੀਬੀਆਈ ਹੈ, ਜਿਹੜੀ ਮਰਜ਼ੀ ਸੈਂਟਰਲ ਏਜੰਸੀ ਜਾਂ ਲੋਕਲ ਏਜੰਸੀਜ਼ ਨੇ, ਉਹ ਭਾਜਪਾ ਨੂੰ ਨਹੀਂ ਹੱਥ ਪਾਉਂਦੀ। ਕੀ ਇਹਦਾ ਮਤਲਬ ਹੈ ਕਿ ਭਾਜਪਾ 'ਚ ਸਾਰੇ ਇਮਾਨਦਾਰ ਨੇ? ਦੇਖੋ, ਆਪਾਂ ਇਹ ਨਹੀਂ ਕਹਿ ਸਕਦੇ ਜੀ ਕਿ ਜਿਸ ਤਰ੍ਹਾਂ ਤੁਸੀਂ ਪੁੱਟ ਅਪ ਕਰ ਰਹੇ ਹੋ, ਮੈਂ ਇਹ ਕਹਿ ਰਿਹਾ ਕਿ ਵੀ ਕਿੱਥੇ ਤੁਸੀਂ ਇਹ ਪਟੀਸ਼ਨ ਦਿੱਤੀ ਹੈ ਕਿ ਜੀ ਆ ਫਲਾਣੇ ਦੇ ਖਿਲਾਫ ਦੋਸ਼ ਹੈ ਔਰ ਸੈਂਟਰਲ ਏਜੰਸੀਜ਼ ਨੇ ਐਕਸ਼ਨ ਨਹੀਂ ਲਿੱਤਾ, ਇਸ ਤਰ੍ਹਾਂ ਦੀ ਗੱਲ ਕਰੋ ਤਾਂ ਮੈਂ ਮੰਨ ਸਕਦਾ ਹਾਂ ਜੀ। ਪਰ ਜੇ ਆਪਾਂ ਇੱਕ ਵੱਡੀ ਸਵੀਪਿੰਗ ਜੀ ਸਟੇਟਮੈਂਟ ਦੇ ਦਿੰਦੇ ਹਾਂ ਕਿ ਜੀ ਉਹਨਾਂ ਨੇ ਉਹਦੇ ਖਿਲਾਫ ਨਹੀਂ ਕੀਤਾ, ਉਹਨਾਂ ਨੇ ਉਹਦੇ ਖਿਲਾਫ ਨਹੀਂ ਕੀਤਾ, ਇਸ ਤਰ੍ਹਾਂ ਕਿਉਂ ਦੇਖਦੇ ਹੋ? ਆਪਾਂ ਨੂੰ ਸਾਰਿਆਂ ਨੂੰ ਮਿਲ ਜੁਲ ਕੇ ਕਹਿਣਾ ਚਾਹੀਦਾ ਹੈ ਕਿ ਜਿੱਥੇ ਵੀ ਕੋਈ ਜੁਰਮ ਹੋਇਆ, ਜਿੱਥੇ ਵੀ ਕਰਪਸ਼ਨ ਹੈ, ਉੱਥੇ ਆਪਾਂ ਇਹਨਾਂ ਏਜੰਸੀਆਂ ਦਾ ਪੂਰਾ ਸਾਥ ਦੇਵਾਂਗੇ, ਇਹਨਾਂ ਨੂੰ ਸਪੋਰਟ ਕਰਾਂਗੇ ਤਾਂ ਜੋ ਕੋਈ ਵੀ ਕਿਸੇ ਤਰੀਕੇ ਦਾ ਉਹਨਾਂ ਦੇ ਕੰਮਾਂ ਦੇ ਵਿੱਚ ਦਖਲ ਅੰਦਾਜ਼ੀ ਨਾ ਹੋਏ। ਕੱਲ੍ਹ ਜਿਹੜਾ ਭਾਰਤ ਭੂਸ਼ਣ ਆਸ਼ੂ ਦੀ ਜਿਹੜੀ ਗ੍ਰਿਫਤਾਰੀ ਹੁੰਦੀ ਹੈ, ਉਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਜੇ ਸਰਕਾਰ ਦੇ ਕੋਲ, ਮੌਜੂਦਾ ਸਰਕਾਰ ਕੋਲ ਕੋਈ ਉਹਨਾਂ ਦੇ ਖਿਲਾਫ ਸਬੂਤ ਹਨ ਤੇ ਮੈਨੂੰ ਲੱਗਦਾ ਹੈ ਕਿ ਜਿਨ੍ਹਾਂ ਨੂੰ ਅਕਿਊਜ਼ ਨੇ ਉਹ ਆਪਣੇ ਕੋਰਟ ਵਿੱਚ ਜਾਣ ਔਰ ਆਪਣੇ ਆਪ ਨੂੰ ਇਮਾਨਦਾਰ ਪ੍ਰੂਵ ਕਰਨ। ਔਰ ਇਸ ਲਈ ਇਹ ਕੋਈ ਪੋਲੀਟੀਕਲ ਆਪਾਂ ਨੂੰ ਐਕਸ਼ਨ ਨਹੀਂ ਸੋਚਣਾ ਚਾਹੀਦਾ। ਪਰ ਬਾਕੀ ਗੱਲਾਂ ਇਹ ਹੈ ਕਿ ਪਿਛਲੀ ਸਰਕਾਰ ਦੇ ਵਿੱਚ ਕਰਪਸ਼ਨ ਹੋਈ ਹੈ ਔਰ ਤਾਂ ਹੀ ਇਹ ਕਾਰਨ ਹੈ ਕਿ ਕਿੱਥੇ ਉਹਨਾਂ ਕੋਲ ਮੇਰੇ ਖਿਆਲ 77 ਸੀਟਾਂ ਸਨ, ਉਹ ਤੋਂ ਘੱਟ ਕੇ 18 ਆ ਗਈਆਂ ਅਤੇ ਕਰਪਸ਼ਨ ਤਾਂ ਸੀਗੀ, ਜਿਸ ਕਾਰਨ ਇੰਨਾ ਉਹਨਾਂ ਨੂੰ ਮਾਰ ਪਈ ਹੈ। ਕਾਰਨ ਕੀ ਰਿਹਾ ਪੰਜਾਬ ਦੇ ਵਿੱਚ ਜਿਹੜੀ ਕਰਪਸ਼ਨ ਦੀ ਇੱਕ ਨਵੀਂ ਜਿਹੜੀ ਖੇਡ ਸ਼ੁਰੂ ਹੋ ਗਈ ਹੈ? ਕਿਉਂਕਿ ਜਦੋਂ ਵੀ ਕੋਈ ਸਰਕਾਰ ਆਉਂਦੀ, ਕੱਲ੍ਹ ਰਾਜਾ ਵੜਿੰਗ ਦਾ ਬਿਆਨ ਮੈਂ ਸੁਣ ਰਿਹਾ ਸੀ, ਉਹ ਕਹਿੰਦੇ ਕੋਈ ਗੱਲ ਨਹੀਂ, ਕਰ ਲਓ ਜਿੰਨਾ ਮਰਜ਼ੀ, 2027 'ਚ ਵਾਰੀ ਹੈਗੀ, ਅਸੀਂ ਵੀ ਫਾਈਲਾਂ ਖੋਲਾਂਗੇ। ਦੇਖੋ, ਉਹ ਇੱਕ ਭਾਵਨਾ ਹੈ ਬਦਲੇ ਦੀ ਕਿ ਆਪਾਂ ਇਹ ਅਜ਼ੂਮ ਨਹੀਂ ਕਰ ਸਕਦੇ ਜੀ 2027 ਦੇ ਵਿੱਚ ਕਿਹਦੀ ਪਾਵਰ ਆਏਗੀ, ਕਿਹਦੀ ਨਹੀਂ ਆਏ। ਪਰ ਮੋਟੀ ਗੱਲ ਇਹ ਹੈ ਕਿ ਜੇ ਕੋਈ ਗਲਤ ਕੰਮ ਕਰਦਾ ਹੈ, ਉਹਦਾ ਰੁਤਬਾ ਦੇਖੇ ਬਗੈਰ, ਉਹਦੀ ਪੋਲੀਟੀਕਲ ਪਾਰਟੀ ਦੇਖੇ ਬਗੈਰ, ਉਹਦੀ ਸੋਸ਼ਲ ਸਟੇਟਸ ਦੇਖੇ ਬਗੈਰ ਕਾਰਵਾਈ ਹੋਣੀ ਚਾਹੀਦੀ ਹੈ। ਔਰ ਮੈਂ ਇਹ ਦੇਖ ਰਿਹਾ ਹਾਂ ਕਿ ਨਸ਼ਾ ਔਰ ਕਰਪਸ਼ਨ, ਸ਼ਰਾਬ ਔਰ ਕਰਪਸ਼ਨ, ਹੈਲਥ ਸਿਸਟਮ ਔਰ ਕਰਪਸ਼ਨ, ਇਹਦੇ ਵਿੱਚ ਬਹੁਤ ਵੱਡੇ ਕਨੈਕਸ਼ਨ ਨੇ। ਔਰ ਇਹ ਬੜੀ ਇੱਕ ਅਜੀਬ ਗੱਲ ਹੈ ਕਿ ਇਹ ਕਿਉਂ ਹੁੰਦਾ ਹੈ ਕਿ ਜਦੋਂ ਆਪ ਦਿੱਲੀ 'ਚ ਆਉਂਦੀ ਹੈ, ਉਹ ਸ਼ਰਾਬ ਸਭ ਤੋਂ ਪਹਿਲਾਂ ਸਸਤੀ ਕਰਦੀ ਹੈ, ਉਹ ਪੰਜਾਬ 'ਚ ਆਉਂਦੀ ਹੈ, ਸਭ ਤੋਂ ਪਹਿਲਾਂ ਸ਼ਰਾਬ ਸਸਤੀ ਕਰਦੀ ਹੈ। ਮੈਨੂੰ ਇਹ ਲੱਗਦਾ ਹੈ ਕਿ ਇਹਦੇ ਪਿੱਛੇ ਬਹੁਤ ਵੱਡੀ ਕੌਨਸਪੈਰੇਸੀ ਹੈ। ਦੁਨੀਆ ਦੇ ਵਿੱਚ 2 ਲੌਬੀਜ਼ ਨੇ ਜਿਹੜੀਆਂ ਸਭ ਤੋਂ ਜ਼ਿਆਦਾ ਪੈਸੇ ਦਿੰਦੀਆਂ ਨੇ ਆਪਣੀਆਂ ਸੇਲ ਵਧਾਉਣ ਲਈ। ਇੱਕ ਹੈ ਜੀ ਸ਼ਰਾਬ ਦੀ ਲੌਬੀ ਔਰ ਦੂਜੀ ਹੈ ਜੀ ਆ ਜਿਹੜੀਆਂ ਦਵਾਈਆਂ ਬਣਾਉਂਦੇ ਆਪਾਂ, ਹੈਲਥ ਸਿਸਟਮ। ਤੁਸੀਂ ਪੜ੍ਹਿਆ ਹੋਣਾ ਹੈ ਕਿ 1000 ਕਰੋੜ ਰੁਪਏ ਕਹਿੰਦੇ ਹੈ ਜੀ ਇੱਕ ਪਰਟੀਕੂਲਰ ਦਵਾਈ ਵਾਲੇ ਮੈਨੂਫੈਕਚਰਰ ਨੇ ਲਗਾਇਆ ਆਪਣੀ ਦਵਾਈ ਨੂੰ ਵਧਾਉਣ ਲਈ। ਉਹ ਤਾਂ ਸਿਰਫ ਛੋਟੀ ਜਿਹੀ ਇੱਕ ਗੋਲੀ ਵਧਾਉਣ ਲਈ ਤੁਸੀਂ ਅਖਬਾਰਾਂ 'ਚ ਪੜ੍ਹ ਰਹੇ ਹੋਵੋਗੇ। ਅਤੇ ਮੈਨੂੰ ਲੱਗਦਾ ਇਹ ਬੜੀ ਹੀ ਬਣੀ ਬਣਾਈ ਇੱਕ ਕਰਪਸ਼ਨ ਔਰ ਲੌਬੀਜ਼ ਦਾ ਖੇਲ ਹੈ ਕਿ ਪਹਿਲਾਂ ਲਿਕਰ ਵਾਲੇ ਕਹਿੰਦੇ ਨੇ ਕਿ ਸਾਡੀਆਂ ਸੇਲ ਵਧਾਓ
ਔਰ ਸ਼ਰਾਬਾਂ ਜ਼ਿਆਦਾ ਲੋਕਾਂ ਨੂੰ ਔਰ ਸ਼ਰਾਬ ਪਿਲਾਉਣ ਦੇ ਨਾਲ ਕੈਂਸਰ ਹੁੰਦਾ ਹੈ। ਸ਼ਰਾਬ ਪਿਲਾਉਣ ਦੇ ਨਾਲ ਸਭ ਤੋਂ ਵੱਡੀਆਂ ਬਿਮਾਰੀਆਂ ਫੈਲਦੀਆਂ ਔਰ ਉਹਦਾ ਸਭ ਤੋਂ ਜ਼ਿਆਦਾ ਫਾਇਦਾ ਹੈਲਥ ਜਿਹੜੀਆਂ ਇਹ ਮੈਨੂਫੈਕਚਰਰ ਨੇ ਆਪਣੇ ਮੈਡੀਸਨ ਔਰ ਬਾਕੀ ਬਣਾਉਣ ਵਾਲੇ ਆਪਰੇਸ਼ਨ ਕਰਨ ਵਾਲੇ ਇਹਨਾਂ ਨੂੰ ਹੁੰਦਾ ਹੈ। ਇਹ ਦੋ ਲੌਬੀਆਂ ਮੈਨੂੰ ਲੱਗਦਾ ਮਿਲ ਕੇ ਆਪ ਪਾਰਟੀ ਨੂੰ ਇਨਫਲੂਐਂਸ ਕਰ ਰਹੀਆਂ ਨੇ। ਆਮ ਆਦਮੀ ਪਾਰਟੀ ਦਾਅਵੇ ਕਰ ਰਹੀ ਹੈ ਕਿ ਹੈਲਥ ਸਿਸਟਮ ਸਾਡਾ ਵਰਲਡ 'ਚ ਨੰਬਰ 1 ਹੈ। ਇੰਡੀਆ 'ਚ ਅਸੀਂ ਇੱਕ ਮੁਹੱਲਾ ਕਲੀਨਿਕ ਦਿੱਲੀ 'ਚ ਦਿੱਤਾ ਸੀ, ਇੱਥੇ ਆਮ ਆਦਮੀ ਕਲੀਨਿਕ ਦਿੱਤੇ ਹੈ ਔਰ ਸਾਡਾ ਹੈਲਥ ਸਿਸਟਮ ਪੰਜਾਬ 'ਚ ਬਹੁਤ ਸਟਰੋਂਗ ਹੋ ਰਿਹਾ। ਦੇਖੋ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਰਿਪੋਰਟਾਂ ਤੇ ਰਿਪੋਰਟਾਂ ਆ ਰਹੀਆਂ ਨੇ ਔਰ ਤੁਹਾਨੂੰ ਇੱਕ ਮੈਂ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਬਰਾਬਰ ਦੀ ਰਿਪੋਰਟ ਭੇਜਾਂਗਾ ਜਿਹਦੇ 'ਚ ਇਹ ਕਿਹਾ ਗਿਆ ਹੈ ਕਿ ਸ਼ਰਾਬ ਕੈਂਸਰ ਦਾ ਸਭ ਤੋਂ ਇੱਕ ਮਹੱਤਵਪੂਰਨ ਕਾਰਨ ਹੈ। ਉਹਨਾਂ ਨੇ ਇਹ ਕਿਹਾ ਸ਼ਰਾਬ ਸਭ ਤੋਂ ਵੱਡੀਆਂ ਬਿਮਾਰੀਆਂ ਦਿੰਦਾ ਹੈ। ਠੀਕ ਹੈ ਜੀ। ਤੇ ਇਹ ਫਿਰ ਕਿੱਦਾਂ ਹੋ ਸਕਦਾ ਹੈ ਕਿ ਸ਼ਰਾਬ ਤੁਸੀਂ ਕਹਿੰਦੇ ਹੋ ਕਿ ਦਬਾ ਕੇ ਪਿਓ ਲੋਕਾਂ ਨੂੰ ਔਰ ਕੋਈ ਸਾਡਾ ਹੈਲਥ ਸਿਸਟਮ ਬਹੁਤ ਵਧੀਆ ਹੈ ਜੀ। ਪਾਰਟੀ ਕਹਿ ਰਹੀ ਹੈ, ਅਰਵਿੰਦ ਕੇਜਰੀਵਾਲ ਖੁਦ ਪਾਰਟੀ ਸੁਪਰੀਮੋ ਕਲੇਮ ਕਰ ਰਹੇ ਨੇ। ਮੈਂ ਅਰਵਿੰਦ ਕੇਜਰੀਵਾਲ ਜੀ ਨੂੰ ਕਹਿ ਰਿਹਾ ਕਿ ਤੁਸੀਂ ਇਹ ਪ੍ਰੂਵ ਕਰਕੇ ਮੈਨੂੰ ਦਵੋ ਕਿ ਸ਼ਰਾਬ ਪਿਆਉਣ ਦੇ ਨਾਲ ਬਿਮਾਰੀਆਂ ਘਟਦੀਆਂ ਨੇ ਕਿ ਵੱਧਦੀਆਂ ਨੇ, ਤੇ ਜੇ ਵੱਧਦੀਆਂ ਨੇ ਔਰ ਤੁਸੀਂ ਲੋਕਾਂ ਨੂੰ ਜ਼ਿਆਦਾ ਸ਼ਰਾਬ ਪਿਆ ਰਹੇ ਹੋ ਤੇ ਤੁਹਾਡਾ ਹੈਲਥ ਸਿਸਟਮ ਹੈਲਥ ਮਾਡਲ ਕਿੱਦਾਂ ਚੰਗਾ ਹੈ ਜੀ। ਕਹਿ ਰਹੇ ਸੀ ਫੈਸਿਲਿਟੀਜ਼ ਦਿੱਤੀ ਆਮ ਆਦਮੀ ਕਲੀਨਿਕ ਖੋਲ੍ਹੇ ਨੇ, ਹਸਪੀਟਲਸ ਨੂੰ ਬੈਟਰ ਕਰ ਰਹੇ। ਇਹਦਾ ਮਤਲਬ ਹੈ ਕਿ ਪਹਿਲਾਂ ਤੁਹਾਨੂੰ ਮੈਂ ਇੱਕ ਸੁਣ ਮਾਰਾਂ, ਤੁਹਾਡਾ ਖੂਨ ਕੱਢ ਦੇਵਾਂ, ਤੁਹਾਡਾ ਨੱਕ ਤੋੜਦਾ, ਫਿਰ ਕਹਾਂ ਮੇਰਾ ਬੜਾ ਵਧੀਆ ਕਲੀਨਿਕ ਜਾ ਕਾਕਾ ਉੱਥੇ ਜਾ ਕੇ ਇਲਾਜ ਕਰਾ ਲਾ, ਤੁਸੀਂ ਸਾਹ ਲਓਗੇ। ਤੇ ਇਹ ਜਿਹੜੇ ਐਂਟੀ ਅੰਬੇਦਕਰ ਨੇ ਇਹ ਅਰਵਿੰਦ ਕੇਜਰੀਵਾਲ ਜੀ ਔਰ ਉਹਨਾਂ ਦੀ ਪਾਰਟੀ ਇਜ਼ ਐਂਟੀ ਅੰਬੇਦਕਰ ਔਰ ਅੰਬੇਦਕਰ ਜੀ ਨੇ ਇਹ ਨੀਤੀ ਸਾਨੂੰ ਦਿੱਤੀ ਆਪਣਾ ਲਿਖ ਕੇ ਕਨਸਟੀਟਿਊਸ਼ਨ 'ਚ ਕਿ ਸ਼ਰਾਬ ਨੂੰ ਘਟਾਓ। ਇਹ ਕਹਿੰਦੇ ਅਸੀਂ ਅੰਬੇਦਕਰ ਦੇ ਖਿਲਾਫ ਕੰਮ ਕਰਾਂਗੇ, ਅਸੀਂ ਸ਼ਰਾਬਾਂ ਨੂੰ ਵਧਾਵਾਂਗੇ। ਪਰ ਸਰ ਤੁਸੀਂ ਚੀਫ ਸੈਕਟਰੀ ਵੀ ਰਹੇ ਹੋ, ਠੀਕ ਹੈ, ਤੁਸੀਂ ਅੱਜ ਪੋਲੀਟਿਕਸ 'ਚ ਹੋ, ਪਰ ਦੇਖਿਆ ਜਾਵੇ ਤਾਂ ਇਹ ਜਿਹੜਾ ਹੈਲਥ ਸਿਸਟਮ ਇੱਕ ਸਟੇਟ ਕਲੇਮ ਕਰ ਰਹੀ ਹੈ ਔਰ ਸਟੇਟ ਦਾ ਕਲੇਮ ਜਿਹੜਾ ਉਹਦੇ ਮੁੱਖ ਮੰਤਰੀ ਜਾਂ ਪਾਰਟੀ ਦੇ ਜੋ ਸੁਪਰੀਮੋ ਉਹ ਕਰ ਰਹੇ ਨੇ। ਉਹ ਕਹਿ ਰਹੇ ਜੀ ਸਾਡਾ ਹੈਲਥ ਸਿਸਟਮ ਬਹੁਤ ਵਧੀਆ, ਅਸੀਂ ਆਮ ਆਦਮੀ ਕਲੀਨਿਕ ਖੋਲ੍ਹੇ, ਹਰ ਜਨਤਾ ਨੂੰ ਸੁਵਿਧਾ ਦੇ ਰਹੇ। ਵਾਰੀ ਤੁਸੀਂ ਉਹੀ ਗੱਲ ਕਰ ਰਹੇ ਹੋ ਔਰ ਮੈਂ ਵੀ ਤੁਹਾਨੂੰ ਦੱਸ ਰਿਹਾ ਹਾਂ ਕਿ ਕਿਸੇ ਨੂੰ ਪਹਿਲਾਂ ਬਿਮਾਰ ਕਰਨਾ ਔਰ ਫਿਰ ਕਹਿਣਾ ਜੀ ਤੁਹਾਨੂੰ ਇੱਕ ਟੁੱਟਾ ਜਿਹਾ ਹਸਪਤਾਲ ਕਲੀਨਿਕ ਦੇਤਾ ਹੈ, ਉੱਥੇ ਜਾ ਕੇ ਦਵਾਈ ਲੈ ਲਓ। ਇਹ ਤਾਂ ਫਿਰ ਇਹ ਗੱਲ ਹੋ ਗਈ ਤੁਸੀਂ ਦਵਾਈਆਂ ਦੇ ਵੀ ਸੇਲ ਵਧਾ ਰਹੇ ਹੋ ਤੇ ਸ਼ਰਾਬਾਂ ਦੀ ਵੀ ਸੇਲ ਵਧਾ ਰਹੇ ਹੋ। ਸਫਰ ਕੌਣ ਕਰ ਰਿਹਾ? ਮੇਰੀਆਂ ਭੈਣਾਂ। ਸਭ ਤੋਂ ਜ਼ਿਆਦਾ ਸ਼ਰਾਬ ਨਾਲ ਕੁੱਟ ਪੈਂਦੀ ਹੈ ਜੀ ਘਰ ਵਾਲਿਆਂ ਨੂੰ, ਭੈਣਾਂ ਨੂੰ ਔਰ ਮਾਵਾਂ ਨੂੰ। ਲੋਕੀ ਪੀ ਕੇ ਕੋਈ ਐਸਾ ਘਰ ਦਿਖਾ ਦਿਓ ਜਿੱਥੇ ਡੋਮੈਸਟਿਕ ਵਾਇਲੈਂਸ ਨਾ ਹੁੰਦੀ ਹੋਏ। ਤੁਸੀਂ ਕੋਈ ਐਸੀ ਜਗ੍ਹਾ ਦਿਖਾ ਦਿਓ ਜਿੱਥੇ ਇੰਪਲੋਇਮੈਂਟ ਸਫਰ ਨਾ ਹੋਈ ਹੋਏ ਸ਼ਰਾਬ ਕਰਕੇ। ਲੋਕੀ ਸ਼ਰਾਬ, ਮੈਂ ਤਾਂ 11 ਦਿਨ ਦੀ ਡਰੱਗਸ ਕੰਪੇਨ, ਐਂਟੀ ਡਰੱਗਸ ਕੰਪੇਨ ਕਰਕੇ ਹਟਿਆ ਹੈ ਜੀ। ਤੁਸੀਂ ਕੀ ਰਿਅਲਾਈਜ਼ ਕੀਤਾ? ਉਹ ਤੁਹਾਡਾ 11 ਦਿਨ ਦਾ ਐਕਸਪੀਰੀਅੰਸ ਕਿਸ ਤਰ੍ਹਾਂ ਦਾ ਰਿਹਾ? ਉਹਦੇ ਵਿੱਚ 2-3 ਸਭ ਤੋਂ ਵੱਡਾ ਰਿਅਲਾਈਜੇਸ਼ਨ ਇਹ ਆਇਆ ਹੈ ਜੀ ਕਿ ਡਾਕਟਰਾਂ ਨੇ ਸਾਰਿਆਂ ਨੂੰ ਸਾਨੂੰ ਸਮਝਾਇਆ, ਏਮਸ ਦੇ ਡਾਕਟਰਾਂ ਨੇ ਬਹਿ ਕੇ ਮੀਟਿੰਗ ਸਮਝਾਇਆ ਕਿ ਸ਼ਰਾਬ ਇਜ਼ ਗੇਟਵੇ ਟੂ ਡਰੱਗਸ। ਇਹ ਉਹਨਾਂ ਦੀ ਸਟੇਟਮੈਂਟ ਹੈ ਔਰ ਮੈਂ ਬਿਲਕੁਲ ਇਹ 'ਤੇ ਯਕੀਨ ਕਰਦਾ ਹਾਂ ਕਿ ਲੋਕੀ ਸ਼ਰਾਬ ਤੋਂ ਸ਼ੁਰੂ ਹੁੰਦੇ ਨੇ ਔਰ ਫਿਰ ਬਾਕੀ ਡਰੱਗਸ 'ਚ ਪੈਂਦੇ ਨੇ। ਦੂਜਾ ਜਿਹੜਾ ਅਸੀਂ ਦੇਖਿਆ ਉਹ ਇਹਦੇ 'ਚ ਇਹ ਦੇਖਣ ਵਿੱਚ ਆਇਆ ਕਿ ਜਿਹੜੀਆਂ ਭੈਣਾਂ ਨੇ, ਬੀਬੀਆਂ ਨੇ, ਆਪਣੇ ਪੰਜਾਬ ਦੀਆਂ ਮਹਿਲਾਵਾਂ ਨੇ, ਉਹਨਾਂ ਨੇ ਸਾਨੂੰ ਆਪਣੇ ਲਾਸਾਂ ਤੇ ਜ਼ਖਮ ਦਿਖਾਏ ਨੇ ਜੀ। ਸਾਡੇ ਘਰ ਵਾਲਿਆਂ ਨੇ ਸਾਡੇ ਬੱਚਿਆਂ ਨੂੰ ਸਾਨੂੰ ਕੁੱਟਿਆ, ਮਾਰਿਆ ਕਿਉਂਕਿ ਉਹ ਪੈਸੇ ਮੰਗਦੇ ਨੇ ਔਰ ਕਹਿੰਦੇ ਨੇ ਕਿ ਜੀ ਸਾਨੂੰ ਸ਼ਰਾਬ ਔਰ ਨਸ਼ੇ ਦੇ ਪੈਸੇ ਦਿੱਤੇ ਜਾਣ। ਸੋ ਇਹ ਕਿਹੜਾ ਸਮਾਜ ਤੁਸੀਂ ਬਣਾਉਣ ਜਾ ਰਹੇ ਹੋ? ਇਹ ਕਿਹੜਾ ਵਰਲਡ ਮਾਡਲ ਤੁਸੀਂ ਬਣਾਉਣ ਜਾ ਰਹੇ ਹੋ? ਤੁਸੀਂ ਪੰਜਾਬ ਨੂੰ ਤਬਾਹ ਕਰ ਰਹੇ ਹੋ। ਮੈਂ ਕੇਜਰੀਵਾਲ ਜੀ ਦੇ ਪੈਰੀ ਹੱਥ ਪੈਣਾ ਕਿ ਛੱਡ ਦਿਓ, ਬਖਸ਼ ਦਿਓ ਪੰਜਾਬ ਨੂੰ। ਅੱਗੇ ਅਸੀਂ ਬਹੁਤ ਸਫ਼ਰ ਕਰ ਚੁੱਕੇ ਹਾਂ। ਸਾਡੇ ਸਿੱਖਾਂ ਦਾ ਸੈਂਟੀਮੈਂਟ ਹੈ ਕਿ ਸ਼ਰਾਬਾਂ ਨਹੀਂ ਪਿਆਣਾ ਹੈ, ਸਿੱਖਾਂ ਦਾ ਪੰਜਾਬ ਹੈ। ਤੁਸੀਂ ਕਹਿੰਦੇ ਅਸੀਂ ਸ਼ਰਾਬ ਪਿਆਣੀ ਹੈ ਇੱਥੇ। ਇਹ ਹੋ ਕੀ ਰਿਹਾ ਹੈ? ਆਪਣਾ ਸਿਰਫ ਤੁਸੀਂ ਇਨਕਮ ਟੈਕਸ 'ਚ ਆਏ ਆ, ਤੁਹਾਨੂੰ ਸਿਰਫ ਟੈਕਸ ਇਕੱਠਾ ਕਰਨ ਤੋਂ ਇਲਾਵਾ ਕੁਝ ਹੋਰ ਆਉਂਦਾ? ਮੈਨੂੰ ਨਹੀਂ ਲੱਗਦਾ ਕਿ ਇਹ ਕਹੀ ਜਾਣਾ ਅਸੀਂ ਸਾਨੂੰ ਟੈਕਸ ਆਊਗਾ, ਅਸੀਂ ਲੋਕਾਂ ਨੂੰ ਜ਼ਹਿਰ ਪਿਆ ਕੇ ਵੀ ਟੈਕਸ ਲੈ ਲਾਂਗੇ। ਇਹ ਪੰਜਾਬ ਨੂੰ ਤਬਾਹ ਕਰਨ ਆਏ ਹੋ ਕਿ ਪੰਜਾਬ ਦੇ ਕੋਈ ਭਲਾਈ ਕਰਨ ਆਏ ਹੋ? ਸ਼ੁਕਰੀਆ। ਐਸਨ ਜਗਮੋਹਨ ਸਿੰਘ ਰਾਜੂ ਜੀ ਜਿਹਨਾਂ ਨਾਲ ਗੱਲਬਾਤ ਕੀਤੀ ਹੈ ਤਾਂ ਅਰਵਿੰਦ ਕੇਜਰੀਵਾਲ ਤੇ ਸਿੱਧਾ ਨਿਸ਼ਾਨਾ ਸਾਧਦੇ ਨਜ਼ਰ ਆਏ ਨੇ। ਉਹਨਾਂ ਨੇ ਕਿਹਾ ਕਿ ਜਿਹੜਾ ਉਹਨਾਂ ਦਾ ਦਾਅਵੇ ਕਰ ਰਹੇ ਨੇ ਕਿ ਉਹਨਾਂ ਦਾ ਹੈਲਥ ਸਿਸਟਮ ਬਹੁਤ ਵਧੀਆ, ਲੇਕਿਨ ਉਸਦੀ ਜ਼ਮੀਨੀ ਹਕੀਕਤ ਹੈ ਕਿ
ਇੱਕ ਪਾਸੇ ਸ਼ਰਾਬ ਦਾ ਪ੍ਰਚਲਨ ਵੱਧ ਰਿਹਾ ਹੈ ਤਾਂ ਦੂਸਰੇ ਪਾਸੇ ਹੈਲਥ ਸਿਸਟਮ ਠੀਕ ਕਹਿਣਾ ਉਹ ਵੀ ਗਲਤ ਹੈ। ਦੂਸਰਾ ਉਹਨਾਂ ਕਿਹਾ ਕਿ ਦਿੱਲੀ ਦੇ ਵਿੱਚ ਜਿਹੜਾ ਸਕੂਲਾਂ ਦੀ ਗੱਲ ਕਰ ਰਹੇ ਨੇ ਉਹਨਾਂ ਵਿੱਚ ਸਭ ਤੋਂ ਪਹਿਲਾਂ ਰਿਪੋਰਟਸ ਪੜ੍ਹਨ ਦੀ ਲੋੜ ਹੈ ਕਿ ਜਿਹੜੀ ਰਿਪੋਰਟ ਦਿੱਲੀ ਹਾਈ ਕੋਰਟ ਜਾਂ ਹੋਰ ਵੀ ਜਿਹੜੀ ਕੁਝ ਏਜੰਸੀਜ਼ ਨੇ ਦਿੱਤੀਆਂ ਨੇ ਉਹਦੇ ਵਿੱਚ ਸਾਫ਼ ਜ਼ਾਹਰ ਹੋ ਰਿਹਾ ਹੈ ਕਿ ਸਕੂਲ ਦੀ ਸਥਿਤੀ ਇੰਨੀ ਬਿਹਤਰ ਨਹੀਂ ਹੈ। ਔਰ ਇੱਕ ਨਿਊਯਾਰਕ ਟਾਈਮਜ਼ ਦੇ ਇੱਕ ਸਟੇਟਮੈਂਟ ਨੂੰ ਲੈ ਕੇ ਇਸ ਤਰੀਕੇ ਨਾਲ ਬਵਾਲ ਮਚਾਉਣਾ ਉਹਨਾਂ ਨੇ ਕਿਹਾ ਕਿ ਉਹ ਕੋਈ ਸਰਟੀਫਿਕੇਸ਼ਨ ਨਹੀਂ ਹੈ, ਸਰਟੀਫਿਕੇਸ਼ਨ ਜ਼ਮੀਨੀ ਲੈਵਲ ਤੇ ਹੈ ਜਿਹੜੀ ਅੱਜ ਵੀ ਸਾਬਿਤ ਹੁੰਦੀ ਹੋਈ ਨਜ਼ਰ ਨਹੀਂ ਆ ਰਹੀ, ਜਿਸ ਨੂੰ ਲੈ ਕੇ ਉਹਨਾਂ ਨੇ ਸਵਾਲ ਖੜੇ ਕੀਤੇ ਨੇ। ਉਹਨਾਂ ਨੇ ਕਿਹਾ ਕਿ ਪੰਜਾਬ ਵਾਸਤੇ ਵੀ ਇੱਕ ਐਸੀ ਪਾਲਿਸੀ ਦਿਓ ਜਿਹੜੀ ਆਮ ਜਨਤਾ ਦੇ ਹੱਕ 'ਚ ਹੋਵੇ। ਕੇਵਲ ਸ਼ਰਾਬ ਔਰ ਹੈਲਥ ਇਨਫਰਾਸਟਰਕਚਰ ਨੂੰ ਵਧਾਉਣ ਦੇ ਨਾਲ ਇਹਦੇ ਨਾਲ ਕੋਈ ਫਾਇਦਾ ਪੰਜਾਬ ਦੇ ਲੋਕਾਂ ਨੂੰ ਨਹੀਂ ਹੋਏਗਾ, ਕਿਉਂਕਿ ਹੈਲਥ ਵੀ ਕਿਤੇ ਨਾ ਕਿਤੇ ਸ਼ਰਾਬ ਦੇ ਨਾਲ ਜੁੜੀ ਹੈ ਔਰ ਸ਼ਰਾਬ ਦੇ ਨਾਲ ਹੀ ਲੋਕ ਸੰਲਿਪਤ ਹੋ ਕੇ ਹੈਲਥ ਵੱਲ ਜਾ ਰਹੇ ਨੇ, ਜਿਸ ਕਰਕੇ ਉਹਨਾਂ ਨੂੰ ਦਵਾਈਆਂ ਖਾਣੀਆਂ ਪੈ ਰਹੀਆਂ। ਤਾਂ ਸਭ ਤੋਂ ਜ਼ਰੂਰੀ ਹੈ ਕਿ ਆਪਾਂ ਇਹਨਾਂ ਚੀਜ਼ਾਂ 'ਤੇ ਲਗਾਮ ਲਾਈਏ ਜਿਹਦੇ ਨਾਲ ਕਿ ਕੁਝ ਕਾਰਵਾਈ ਹੋ ਸਕੇ। ਔਰ ਦੂਸਰਾ ਜਿਹੜਾ ਇੱਕ ਸਭ ਤੋਂ ਵੱਡੀ ਕਾਰਵਾਈ ਜਿਹੜੀ ਕੱਲ੍ਹ ਦੀ ਚੱਲ ਰਹੀ ਹੈ, ਜਿਹੜੀ ਸੁਰਖੀਆਂ ਬਟੋਰ ਰਹੀ ਹੈ ਕਿ ਭਾਰਤ ਭੂਸ਼ਣ ਰਾਜਪੂਤ ਤੇ ਜਿਹੜੀ ਕਾਰਵਾਈ ਹੋਈ ਹੈ ਉਹਦੇ ਵਿੱਚ ਕਾਨੂੰਨ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ ਹੈ। ਕੈਮਰਾਮੈਨ ਅਜੇ ਦੇ ਨਾਲ ਸੁਮਿਤ ਖੰਨਾ, ਗ੍ਰੇਟ ਪੰਜਾਬ TV, ਅੰਮ੍ਰਿਤਸਰ।